परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। भगत सधना जी का जन्म 1180 ईस्वी ਨੂੰ ਪਿੰਡ ਸਹਿਵਾਨ हैदराबाद ਸਿੰਧ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ। ਉਹ ਕਸਾਈ ਦਾ ਕਾਰਜ ਕਰਿਆ ਕਰਦੇ ਸਨ। ਆਪਣੇ ਪਿਤਾ ਪੁਰਖਿਆਂ ਤੋਂ ਹੀ ਉਹਨਾਂ ਦਾ ਕਸਾਈ ਦਾ ਕੰਮ ਚੱਲਦਾ ਆ ਰਿਹਾ ਸੀ। ਭਗਤ ਸਧਨਾ ਜੀ ਦਾ ਸ਼ੁਰੂ ਤੋਂ ਹੀ ਪਰਮਾਤਮਾ ਦੇ ਨਾਲ ਪ੍ਰੇਮ ਸੀ। ਇੱਕ ਵਾਰੀ ਸਧਨਾ ਭਗਤ ਜੀ ਜਗਨਨਾਥ ਦੀ ਯਾਤਰਾ ਨੂੰ ਤੁਰ ਪਏ। ਜਾਂਦਿਆਂ ਜਾਂਦਿਆਂ ਸੰਧਿਆ ਦਾ ਵੇਲਾ ਹੋ ਗਿਆ। ਭਗਤ ਸਧਨੇ ਨੇ ਸੋਚਿਆ ਕਿ ਇਸ ਸਾਹਮਣੇ ਨਗਰ ਵਿੱਚ ਰਾਤ ਭਰ ਵਿਸ਼ਰਾਮ ਕਰਕੇ ਫਿਰ ਕੱਲ੍ਹ ਨੂੰ ਤੁਰ ਪਵਾਂਗਾ। ਇਹ ਸੋਚ ਕੇ ਸਧਨਾ ਜੀ ਉਸ ਨਗਰ ਵੱਲ ਮੁੜੇ ਅਤੇ ਨਗਰ ਵਿੱਚ ਜਾ ਕੇ ਇੱਕ ਗ੍ਰਸਤੀ ਕੋਲ ਚਲੇ ਗਏ। ਘਰ ਦੇ ਮਾਲਕ ਪਾਸੋਂ ਰਾਤੀ ਵਿਸ਼ਰਾਮ ਕਰਨ ਦੀ ਜਗ੍ਹਾ ਮੰਗੀ। ਉਸਨੇ ਬੜੀ ਖਾਤਰ ਨਾਲ ਜਗ੍ਹਾ ਦੇ ਦਿੱਤੀ। ਹਰ ਗੁਣ ਗਾਉਂਦੇ ਹੋਏ ਸਧਨਾ ਜੀ ਉੱਥੇ ਹੀ ਲੇਟ ਗਏ। ਉਸ ਘਰ ਵਾਲੇ ਦੀ ਇਸਤਰੀ ਸਧਨੇ ਭਗਤ ਦਾ ਸੁੰਦਰ ਰੂਪ ਵੇਖ ਕੇ ਮੋਹਿਤ ਹੋ ਗਈ। ਜਦ ਅੱਧੀ ਰਾਤ ਬੀਤ ਗਈ ਤਾਂ ਜਿੱਥੇ ਸਧਨਾ ਸੁੱਤਾ ਹੋਇਆ ਸੀ ਉੱਥੇ ਆ ਗਈ ਅਤੇ ਅਨੇਕ ਤਰ੍ਹਾਂ ਦੇ ਹਾਵ ਭਾਵ ਕਰਕੇ ਉਸ ਨੂੰ ਕਾਮ ਵਾਸ਼ਨਾ ਜ਼ਾਹਰ ਕੀਤੀ। ਸਧਨਾ ਜੀ ਦਾ ਮਨ ਉਸ ਦੇ ਮੋਹ ਵਿੱਚ ਨਾ ਫਸਿਆ। ਇਸ ਲਈ ਸਧਨੇ ਨੇ ਸਿਰ ਨੀਵਾਂ ਕਰਕੇ ਹੱਥ ਜੋੜ ਕੇ ਬੜੀ ਅਧੀਨਗੀ ਨਾਲ ਕਿਹਾ, ਆ ਭੈਣ, ਮੇਰੀ ਧਰਮ ਭੈਣ, ਆਓ ਆਪਣੇ ਚਰਨ ਦੀ ਪਵਿੱਤਰ ਧੂੜੀ ਮੈਨੂੰ ਦਿਓ। ਤੂੰ ਮੇਰੀ ਭੈਣ ਹੈ ਅਤੇ ਭੈਣ ਤੇਰੇ ਚਰਨਾਂ ਵਿੱਚ ਮੈਂ ਲੱਖਾਂ ਵੇਰੀ ਨਮਸਕਾਰ ਕਰਦਾ ਹਾਂ। ਉਸ ਇਸਤਰੀ ਨੇ ਸਮਝਿਆ ਕਿ ਮੇਰੇ ਪਤੀ ਦੇ ਡਰ ਕਰਕੇ ਮੇਰੀ ਗੱਲ ਨਹੀਂ ਮੰਨੀ। ਇਹ ਵਿਚਾਰ ਕੇ ਉਹ ਚੁੱਪ ਕੀਤੀ ਚਲੀ ਗਈ ਅਤੇ ਇੱਕ ਤਿੱਖੀ ਤਲਵਾਰ ਨਾਲ ਆਪਣੇ ਸੁੱਤੇ ਪਏ ਪਤੀ ਦਾ ਸਿਰ ਧੜ ਨਾਲੋਂ ਕੱਟ ਕੇ ਵੱਖ ਕਰ ਦਿੱਤਾ। ਫਿਰ ਕਾਹਲੀ ਕਾਹਲੀ ਉਹ ਸਿਰ ਚੁੱਕ ਕੇ ਸਧਨਾ ਜੀ ਦੇ ਕੋਲ ਆ ਕੇ ਕਹਿਣ ਲੱਗੀ, ਪਿਆਰੇ, ਤੈਨੂੰ ਜਿਸ ਦਾ ਡਰ ਸੀ, ਜਿਸ ਦੇ ਡਰ ਨਾਲ ਮੇਰੇ ਨਾਲ ਪ੍ਰੇਮ ਨਹੀਂ ਸੀ ਕਰਦਾ, ਮੈਂ ਆਪਣੇ ਪਤੀ ਦਾ ਸਿਰ ਵੱਢ ਕੇ ਲਿਆਈ ਹਾਂ। ਹੁਣ ਮੇਰੇ ਗਲੇ ਦਾ ਹਾਰ ਹੋ ਕੇ ਪ੍ਰੇਮ ਸੁੱਖ ਨੂੰ ਪ੍ਰਾਪਤ ਕਰੋ। ਹੁਣ ਤੇਰੇ ਮੇਰੇ ਪ੍ਰੇਮ ਵਿੱਚ ਰੋਕਣ ਵਾਲਾ ਕੋਈ ਨਹੀਂ ਰਿਹਾ। ਹੁਣ ਮੈਂ ਤੇਰੀ ਹਾਂ ਅਤੇ ਤੂੰ ਮੇਰਾ ਹੈ। ਹੁਣ ਇੱਥੇ ਰਹੋ। ਇਹ ਸਾਰਾ ਘਰ-ਬਾਰ ਤੇਰਾ ਹੀ ਹੈ ਅਤੇ ਮੈਂ ਤੇਰੀ ਹੀ ਦਾਸੀ ਹਾਂ। ਉਸ ਇਸਤਰੀ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਅਤੇ ਹੱਥ ਵਿੱਚ ਪਤੀ ਦਾ ਵੱਢਿਆ ਹੋਇਆ ਸਿਰ ਵੇਖ ਕੇ ਸਧਨਾ ਭਗਤ ਜੀ ਕੰਬ ਗਏ ਅਤੇ ਇਸਤਰੀ ਵੱਲੋਂ ਬੜੀ ਨਫ਼ਰਤ ਹੋਈ। ਸਧਨੇ ਨੇ ਉਸ ਨਾਲ ਕੋਈ ਗੱਲ ਨਾ ਕੀਤੀ ਅਤੇ ਨਾ ਹੀ ਸਧਨੇ ਨੇ ਉਸ ਦੇ ਚਿਹਰੇ ਵੱਲ ਅੱਖਾਂ ਕੀਤੀਆਂ। ਚੁੱਪਚਾਪ ਬੈਠੇ ਹਰੀ ਭਜਨ ਕਰਦੇ ਰਹੇ। ਉਸ ਪਾਪਣੀ ਇਸਤਰੀ ਨੇ ਜਦ ਦੇਖਿਆ ਕਿ ਹੁਣ ਵੀ ਇਹ ਮੇਰੇ ਮੋਹ ਦੇ ਵੱਸ ਵਿੱਚ ਨਹੀਂ ਹੋਇਆ ਤਾਂ ਉਸਨੇ ਸੋਚਿਆ, ਜਿਸ ਨੇ ਮੈਨੂੰ ਸੁੱਖ ਨਹੀਂ ਦਿੱਤਾ ਉਹ ਸੁਖੀ ਰਹਿਣ ਦਾ ਕੀ ਹੱਕ ਰੱਖਦਾ ਹੈ। ਕੋਈ ਚਾਲ ਚਲਾਣੀ ਚਾਹੀਦੀ ਹੈ। ਇਹ ਸੋਚ ਕੇ ਉਹ ਆਪਣੇ ਘਰ ਦੇ ਬੂਹੇ ਵਿੱਚ ਖਲੋ ਕੇ ਰੌਣ ਪਿੱਟਣ ਲੱਗ ਪਈ। ਉਸਦੇ ਰੌਣ ਪਿੱਟਣ ਦੀ ਆਵਾਜ਼ ਸੁਣ ਕੇ ਆਂਢੀ ਗੁਆਂਢੀ ਇਕੱਠੇ ਹੋ ਗਏ ਤਾਂ ਪਾਪਣ ਇਸਤਰੀ ਨੇ ਕਿਹਾ, ਸਧਨੇ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਅਤੇ ਮੇਰੇ ਧਰਮ ਨੂੰ ਨਾਸ ਕਰਨਾ ਚਾਹੁੰਦਾ ਹੈ। ਲੋਕਾਂ ਨੇ ਸਧਨੇ ਤੋਂ ਪੁੱਛਿਆ ਤਾਂ ਸਧਨੇ ਨੇ ਕੋਈ ਜਵਾਬ ਨਾ ਦਿੱਤਾ, ਕੇਵਲ ਹਰੀ ਦਾ ਭਜਨ ਕਰਦਾ ਰਿਹਾ। ਜਿਸ 'ਤੇ ਲੋਕਾਂ ਨੇ ਸਮਝਿਆ ਇਹ ਬੜਾ ਫਰੇਬੀ ਅਤੇ ਪੱਕਾ ਬਦਮਾਸ਼ ਹੈ। ਉਹਨਾਂ ਨੇ ਸਧਨੇ ਦੀਆਂ ਮੁਸ਼ਕਾਂ ਬੰਨ੍ਹ ਦਿੱਤੀਆਂ। ਦਿਨ ਚੜ੍ਹਦੇ ਹੀ ਸਧਨੇ ਨੂੰ ਫੜ ਕੇ ਕਚਹਿਰੀ ਵਿੱਚ ਲੈ ਗਏ। ਕਚਹਿਰੀ ਵਿੱਚ ਜਾ ਕੇ ਉਸ ਔਰਤ ਨੇ ਅਜਿਹੀਆਂ ਗੱਲਾਂ ਜੋੜ ਕੇ ਬਿਆਨ ਦਿੱਤਾ ਜਿਸ ਤੋਂ ਉਹ ਆਪ ਬਿਲਕੁਲ ਨਿਰਦੋਸ਼ ਪਤੀਵਰਤਾ ਸਤਵੰਤੀ ਅਤੇ ਪਤੀ ਦੀ ਭਗਤਨੀ ਜ਼ਾਹਰ ਹੋਈ ਅਤੇ ਸਧਨਾ ਜੀ ਨੂੰ ਪੂਰਾ ਬਦਮਾਸ਼ ਅਤੇ ਖੂਨੀ ਸਾਬਤ ਕਰ ਦਿੱਤਾ। ਇਸ ਦੇ ਬਿਆਨਾਂ ਤੋਂ ਪਿੱਛੋਂ ਸਧਨੇ ਤੋਂ ਪੁੱਛਿਆ ਗਿਆ ਤਾਂ ਸਧਨਾ ਅੱਗੋਂ ਚੁੱਪ ਕਰ ਰਿਹਾ ਅਤੇ ਕੁਝ ਨਾ ਬੋਲਿਆ। ਤਾਂ ਹਾਕਮਾਂ ਨੇ ਸਧਨੇ ਨੂੰ ਅਪਰਾਧੀ ਸਮਝ ਲਿਆ। ਖੂਨੀ ਜਾਣ ਕੇ ਸਧਨੇ ਨੂੰ ਜੇਲ੍ਹ ਖਾਨੇ ਵਿੱਚ ਭੇਜ ਦਿੱਤਾ। ਜੇਲ੍ਹ ਖਾਨੇ ਵਿੱਚ ਜਾ ਕੇ ਭਗਤ ਸਧਨਾ ਜੀ ਭਗਵਾਨ ਦੇ ਚਰਨਾਂ ਵਿੱਚ ਮਨ ਨੂੰ ਜੋੜ ਕੇ ਪ੍ਰਾਰਥਨਾ ਕਰਨ ਲੱਗੇ। ਨਿਰਪ ਕੰਨਿਆ ਕੇ ਕਾਰਨੈ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ
वाकी पैज सवारी। तब गुण कहाँ जगत गुरा, जो कर्म ना नासै। सिंह शरण कत जाइयै, जो जंबुक ग्रासै। एक बूंद जल कारने, चातरिक दुख पावै। प्राण गए सागर मिलै, फुन काम ना आवै। प्राण जो थाके थिर नहीं, कैसे बिरमावो। बूढ़ मुए नौका मिलै, कहो काहे चढ़ावो। मैं नाही कछ हों नहीं, किछ आहे ना मोरा। अवसर लज्जा राख ले हो, सदना जन तोरा। इस तरह की प्रार्थना करदियां रात बीत गई ਤਾਂ ਦਿਨ ਹੁੰਦੇ ਹੀ ਹਾਕਮ ਨੇ ਭਗਵਾਨ ਦੀ ਪ੍ਰੇਰਨਾ ਨਾਲ ਸਦਨਾ ਜੀ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ, ਕੇਵਲ ਦੋਵੇਂ ਹੱਥ ਵਢਵਾ ਕੇ ਛੱਡ ਦਿੱਤਾ। ਦੋਵੇਂ ਹੱਥ ਵੱਢੇ ਜਾਣ ਕਰਕੇ ਸਦਨੇ ਨੂੰ ਬੜੀ ਭਾਰੀ ਤਕਲੀਫ ਹੋ ਰਹੀ ਸੀ, ਪਰ ਫਿਰ ਵੀ ਭਗਵਾਨ ਦੀ ਕਿਰਪਾ ਸਮਝ ਕੇ ਪ੍ਰਸੰਨ ਚਿੱਤ ਨਾਲ ਭਗਵਾਨ ਦੇ ਦਰਸ਼ਨ ਕਰਨ ਦੀ ਲਾਲਸਾ ਰੱਖ ਕੇ ਜਗਨਨਾਥਪੁਰੀ ਨੂੰ ਤੁਰ ਪਏ। ਹੌਲੀ ਹੌਲੀ ਜਗਨਨਾਥਪੁਰੀ ਪਹੁੰਚ ਗਏ। ਭਗਤ ਸਦਨਾ ਜੀ ਨੇ ਜਿਸ ਵੇਲੇ ਪੁਰਖੋਤਮ ਪ੍ਰਭੂ ਦੇ ਹਜ਼ੂਰ ਹੋ ਕੇ ਅਸ਼ਟਾਂਗ ਬੰਦਨਾ ਕਰਨੀ ਚਾਹੀ ਅਤੇ ਧਰਤੀ ਉੱਤੇ ਲੰਮੇ ਪੈ ਗਏ, ਉਸੇ ਵੇਲੇ ਉਹਨਾਂ ਦੇ ਦੋਵੇਂ ਹੱਥ ਪਹਿਲੇ ਵਾਂਗ ਹੀ ਹੋ ਗਏ ਅਤੇ ਦਰਦ ਵੀ ਹਟ ਗਈ। ਭਗਤ ਸਦਨੇ ਨੂੰ ਸ਼੍ਰੀ ਜਗਨਨਾਥ ਸਵਾਮੀ ਦੇ ਪ੍ਰਤੱਖ ਦਰਸ਼ਨ ਵੀ ਹੋ ਗਏ। ਸਦਨਾ ਜੀ ਬਹੁਤ ਪ੍ਰਸੰਨ ਹੋਏ, ਕਿਉਂਕਿ ਭੋਗ ਤੇ ਮੋਖ ਦੋਨੋਂ ਹੀ ਸਦਨੇ ਨੂੰ ਪ੍ਰਾਪਤ ਹੋ ਗਏ। ਬਾਕੀ ਦੀ ਸਾਰੀ ਉਮਰ ਭਗਤ ਸਦਨਾ ਜੀ ਨੇ ਜਗਨਨਾਥਪੁਰੀ ਵਿੱਚ ਰਹਿ ਕੇ ਹਰੀ ਦੀ ਭਗਤੀ ਕਰਦਿਆਂ ਹੀ ਬਿਤਾ ਦਿੱਤੀ ਤੇ ਆਪਣੇ ਜਨਮ ਨੂੰ ਸਫਲਾ ਕਰ ਲਿਆ। ਨ੍ਰਿਪ ਕੰਨਿਆ ਕੈ ਕਾਰਨੈ, ਇੱਕ ਭਇਆ ਭੇਖਧਾਰੀ। ਹੇ ਪ੍ਰਭੂ ਜੀ, ਇੱਕ ਭੇਖਧਾਰੀ ਜਿਸ ਨੇ ਇੱਕ ਰਾਜੇ ਦੀ ਲੜਕੀ ਦੀ ਖਾਤਰ ਧਰਮ ਦਾ ਭੇਖ ਧਾਰਿਆ ਸੀ, ਤੂੰ ਉਸ ਕਾਮੀ ਤੇ ਖੁਦਗਰਜ਼ ਬੰਦੇ ਦੀ ਵੀ ਇਲਾਜ ਰੱਖੀ ਸੀ। ਭਾਵ ਤੂੰ ਉਸ ਨੂੰ ਕਾਮ ਵਾਸ਼ਨਾ ਦੇ ਵਿਕਾਰ ਵਿੱਚ ਡਿੱਗਣ ਤੋਂ ਬਚਾਇਆ ਸੀ। ਹੇ ਜਗਤ ਦੇ ਗੁਰੂ ਪ੍ਰਭੂ, ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ ਨਾ ਹੋਇਆ, ਭਾਵ ਜੇ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਵੀ ਮੰਦੇ ਕਰਮ ਕਰੀ ਹੀ ਗਿਆ, ਤਾਂ ਤੇਰੀ ਸ਼ਰਨ ਆਉਣ ਦਾ ਕੀ ਗੁਣ ਹੋਵੇਗਾ। ਸ਼ੇਰ ਦੀ ਸ਼ਰਨ ਪੈਣ ਦਾ ਕੀ ਲਾਭ ਹੈ ਜੇ ਫੇਰ ਵੀ ਗਿੱਦੜ ਖਾ ਜਾਏ। ਪਪੀਹਾ ਜਲ ਦੀ ਇੱਕ ਬੂੰਦ ਵਾਸਤੇ ਦੁਖੀ ਹੁੰਦਾ ਹੈ ਤੇ ਕੂਕਦਾ ਹੈ, ਪਰ ਉਡੀਕ ਵਿੱਚ ਹੀ ਜੇ ਉਸ ਦੀ ਜਿੰਦ ਚਲੀ ਜਾਏ ਤਾਂ ਫਿਰ ਉਸ ਨੂੰ ਪਾਣੀ ਦਾ ਸਮੁੰਦਰ ਵੀ ਮਿਲੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ। ਤਿਵੇਂ ਹੇ ਪ੍ਰਭੂ, ਜੇ ਤੇਰੇ ਨਾਮ ਅੰਮ੍ਰਿਤ ਦੀ ਬੂੰਦ ਖੁਣੋਂ ਮੇਰੀ ਜਿੰਦ ਵਿਕਾਰਾਂ ਵਿੱਚ ਮਰ ਹੀ ਗਈ, ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀ ਸਵਾਰੇਗਾ। ਤੇਰੀ ਮਿਹਰ ਨੂੰ ਉਡੀਕ ਉਡੀਕ ਕੇ ਮੇਰੀ ਜਿੰਦ ਥੱਕੀ ਹੋਈ ਹੈ, ਵਿਕਾਰਾਂ ਵਿੱਚ ਡੋਲ ਰਹੀ ਹੈ। ਇਸ ਨੂੰ ਕਿਸ ਤਰ੍ਹਾਂ ਵਿਕਾਰਾਂ ਵੱਲੋਂ ਰੋਕਾਂ। ਹੇ ਪ੍ਰਭੂ ਜੀ, ਜੇ ਮੈਂ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਹੀ ਗਿਆ ਤੇ ਪਿੱਛੋਂ ਤੇਰੀ ਬੇੜੀ ਮਿਲੀ, ਤਾਂ ਦੱਸ ਉਸ ਬੇੜੀ ਵਿੱਚ ਮੈਂ ਕਿਸ ਨੂੰ ਚੜਾਵਾਂਗਾ। ਹੇ ਪ੍ਰਭੂ, ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ ਅਤੇ ਮੇਰਾ ਕੁਝ ਵੀ ਨਹੀਂ ਹੈ। ਮੇਰਾ ਕੋਈ ਆਸਰਾ ਨਹੀਂ ਹੈ। ਅਵਸਰ ਲਜਾ ਰਾਖ ਲੈ ਹੋ, ਸਦਨਾ ਜਨ ਤੋਰਾ। ਇਹ ਮਨੁੱਖਾ ਜਨਮ ਹੀ ਮੇਰੀ ਲਾਜ ਰੱਖਣ ਦਾ ਸਮਾਂ ਹੈ। ਮੈਂ ਸਦਨਾ ਤੇਰਾ ਦਾਸ ਹਾਂ। ਮੇਰੀ ਲਾਜ ਰੱਖ ਤੇ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਣ ਤੋਂ ਮੈਨੂੰ ਬਚਾ ਲੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।